ਹੈਲਥ ਪਲੱਸ ਪ੍ਰੋਗਰਾਮ 'ਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਮੈਕਸ ਹਸਪੀਟਲ ਬਠਿੰਡਾ ਤੇ ਮਿਲਵਾਉਣ ਜਾ ਰਹੇ ਹਾਂ ਡਾਕਟਰ ਰੋਹਿਤ ਮੋਦੀ ਜੀ ਦੇ ਨਾਲ, ਜੋ ਕਿ ਦਿਲ ਦੇ ਮਰੀਜ਼ਾਂ ਲਈ ਇੱਕ ਵਰਦਾਨ ਨੇ। ਮੈਕਸ ਹਸਪੀਟਲ ਬਠਿੰਡਾ ਵਿਖੇ ਟੈਕਨੀਕ ਜਿਸ ਦਾ ਨਾਮ ਹੈ ਐਕਮੋ। ਐਕਮੋ ਟੈਕਨੀਕ ਇੱਕ ਲਾਈਫ ਸੇਵਿੰਗ ਟੈਕਨੀਕ ਹੈ। ਕਿਡਨੀ ਤੇ ਲਿਵਰ ਦੇ ਫੇਲਿਅਰ ਦੇ ਮਰੀਜ਼ਾਂ ਦੇ ਲਈ ਇਹ ਇੱਕ ਵਰਦਾਨ ਹੈ। ਪੰਜਾਬ ਪਲੱਸ ਦੀ ਟੀਮ ਮੈਕਸ ਸੁਪਰ ਸਪੈਸ਼ਲਿਟੀ ਹਸਪੀਟਲ ਬਠਿੰਡਾ ਪਹੁੰਚੀ ਤੇ ਉਹਨਾਂ ਨੇ ਡਾਕਟਰ ਰੋਹਿਤ ਮੋਦੀ ਜੀ ਨਾਲ ਗੱਲਬਾਤ ਕੀਤੀ। ਆਓ ਗੱਲਬਾਤ ਕਰਦੇ ਹਾਂ ਡਾਕਟਰ ਰੋਹਿਤ ਮੋਦੀ ਜੀ ਨਾਲ। ਡਾਕਟਰ ਰੋਹਿਤ ਮੋਦੀ ਨੇ ਐਕਮੋ ਟੈਕਨੀਕ ਬਾਰੇ ਵਿਸਥਾਰ ਨਾਲ ਦੱਸਿਆ ਤੇ ਇਸ ਹਸਪਤਾਲ ਬਾਰੇ ਵੀ ਵਿਸਤ੍ਰਿਤ ਜਾਣਕਾਰੀ ਦਿੱਤੀ। ਆਓ ਕਰਦੇ ਹਾਂ ਗੱਲਬਾਤ ਡਾਕਟਰ ਰੋਹਿਤ ਮੋਦੀ ਜੀ ਨਾਲ। ਹੈਲਥ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਡਾਕਟਰ ਰੋਹਿਤ ਮੋਦੀ ਜੀ ਦੇ ਨਾਲ, ਜਿਨ੍ਹਾਂ ਨੇ ਪਿਛਲੇ ਲੰਬੇ ਸਮੇਂ ਤੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਨਾਂ ਮਰੀਜ਼ਾਂ ਨੂੰ ਜਿਹੜੇ ਹਾਰਟ ਅਟੈਕ ਦੇ ਨਾਲ ਗ੍ਰਸਤ ਸੀਗੇ ਉਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ ਹੈ। ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਥੈਂਕ ਯੂ ਸਰ, ਥੈਂਕ ਯੂ। ਡਾਕਟਰ ਸਾਹਿਬ, ਹਾਰਟ ਅਟੈਕ ਜਿਹੜਾ ਕਿ ਨਾਮ ਤੋਂ ਹੀ ਬੰਦੇ ਨੂੰ ਘਬਰਾਹਟ ਹੋ ਜਾਂਦੀ ਹੈ, ਔਰ ਹਾਰਟ ਅਟੈਕ ਜਦੋਂ ਪਿਛਲੇ ਸਮੇਂ 'ਚ ਆਪਾਂ ਗੱਲ ਕਰ ਲਈਏ ਤਾਂ ਹਾਰਟ ਅਟੈਕਾਂ ਦੇ ਨਾਲ ਹੀ ਮੋਰਟੈਲਿਟੀ ਜਿਹੜਾ ਰੇਟ ਹੈਗਾ ਬਹੁਤ ਜ਼ਿਆਦਾ ਵੱਡਾ ਹੁੰਦਾ ਸੀਗਾ, ਔਰ ਲੋਕ ਹਾਰਟ ਅਟੈਕ ਦੇ ਨਾਲ ਤਕਰੀਬਨ ਸਰਵਾਈਵ ਨਹੀਂ ਕਰਦੇ ਸੀ। ਇਹ ਕੀ ਆ ਹਾਰਟ ਅਟੈਕ, ਔਰ ਕਿਵੇਂ ਜਿਹੜਾ ਇਹਦਾ ਸਰਵਾਈਵਲ ਰੇਟ ਹੌਲੀ ਹੌਲੀ ਵਧਿਆ? ਦੇਖੋ, ਇਸ ਤਰ੍ਹਾਂ ਹੈ ਜੀ, ਹਾਰਟ ਅਟੈਕ ਦਾ ਮਤਲਬ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਇਹ ਪਤਾ ਹੋਣਾ ਚਾਹੀਦਾ ਕਿ ਹਾਰਟ ਦਾ ਫੰਕਸ਼ਨ ਕੀ ਹੈ। ਹਾਰਟ ਦਾ ਫੰਕਸ਼ਨ ਇੱਕ ਪੰਪ, ਸਾਡੀ ਬਾਡੀ ਵਿੱਚ ਇੱਕ ਪੰਪ ਦੀ ਤਰ੍ਹਾਂ ਹੈ, ਜਿਹੜਾ ਕਿ ਡਿਫਰੈਂਟ ਆਰਗਨਸ ਨੂੰ, ਡਿਫਰੈਂਟ ਅੰਗਾਂ ਨੂੰ ਬਲੱਡ ਸਪਲਾਈ ਕਰਦਾ ਹੈ। ਅਗਰ ਇਹ ਬਲੱਡ ਸਪਲਾਈ ਹੁੰਦੀ ਹੈ, ਉੱਥੋਂ ਆਕਸੀਜਨ ਨਿਕਲਦੀ ਹੈ, ਉਹਦੇ ਨਾਲ ਹੀ ਸਾਡੇ ਸਰੀਰ ਦਾ ਸਾਰਾ ਕੰਮ ਚੱਲਦਾ ਹੈ। ਇਸ ਕਰਕੇ ਹਾਰਟ ਜਿਹੜਾ ਹੈ ਉਹ ਸਾਡੇ ਸਰੀਰ ਦਾ ਸਭ ਤੋਂ ਵਾਈਟਲ ਅੰਗ ਮੰਨਿਆ ਗਿਆ ਹੈ। ਇਹਦੇ ਵਿੱਚ ਜਿਸ ਤਰ੍ਹਾਂ ਸਾਰੇ ਸਰੀਰ ਦੇ ਅੰਗਾਂ ਨੂੰ ਆਕਸੀਜਨ ਦੀ ਸਪਲਾਈ ਚਾਹੀਦੀ ਹੈ ਕੰਮ ਕਰਨ ਵਾਸਤੇ, ਇਸ ਤਰ੍ਹਾਂ ਹਾਰਟ ਜਿਹੜਾ ਕਿ ਸਭ ਤੋਂ ਐਕਟਿਵ ਆਰਗਨ ਮੰਨਿਆ ਗਿਆ ਹੈ, ਜੋ ਕਿ ਹਮੇਸ਼ਾ ਚੱਲਦਾ ਰਹਿੰਦਾ ਹੈ, ਉਹਨੂੰ ਵੀ ਆਪਣੇ ਕੰਮ ਕਰਨ ਵਾਸਤੇ ਆਕਸੀਜਨ ਦੀ ਸਪਲਾਈ ਦੀ, ਬਲੱਡ ਜੋ ਕਿ ਬਲੱਡ ਸਪਲਾਈ ਦੁਆਰਾ ਦਿੱਤੀ ਜਾਂਦੀ ਹੈ। ਅਤੇ ਹਾਰਟ ਦੇ ਵਿੱਚ ਮੇਨ ਤੌਰ 'ਤੇ 3 ਨਾੜੀਆਂ ਹੁੰਦੀਆਂ ਹਨ। 2 ਖੱਬੇ ਪਾਸੇ ਹੁੰਦੀਆਂ ਹਨ, ਇੱਕ ਸੱਜੇ ਪਾਸੇ ਹੁੰਦੀ ਹੈ, ਜਿਹਦੇ ਨਾਲ ਹਾਰਟ ਦੇ ਵਿੱਚ ਬਲੱਡ ਸਪਲਾਈ ਹੁੰਦੀ ਹੈ। ਜੇ ਜਨਰਲੀ ਜਿਹੜੀ ਹੈ ਫੈਟ ਡੈਪੋਜੀਸ਼ਨ ਦੇ ਕਾਰਨ ਬਲੱਡ ਦੀਆਂ ਨਾੜੀਆਂ ਦੇ ਵਿੱਚ ਰੁਕਾਵਟ ਆਉਣੀ ਸ਼ੁਰੂ ਹੋ ਜਾਵੇ, ਜਾਂ ਉੱਤੇ ਕਲੌਟ ਬਣ ਕੇ ਸਡਨਲੀ ਉਹ ਜਿਹੜੀ ਹੈ ਬਲੱਡ ਸਪਲਾਈ ਉਹਦੀ ਹਾਰਟ ਦੀ ਰੁਕ ਜਾਵੇ, ਉਸ ਸਮੇਂ ਮਰੀਜ਼ ਦਾ ਜਿਹੜਾ ਉਹ ਪੋਰਸ਼ਨ ਹੈ ਹਾਰਟ ਦਾ, ਉਹ ਮਰਨਾ ਸ਼ੁਰੂ ਹੋ ਜਾਂਦਾ ਹੈ, ਕਾਫੀ ਦਰਦ ਪ੍ਰੋਡਿਊਸ ਕਰਦਾ ਹੈ। ਔਰ ਇਸ ਜਿਹੜਾ ਅਗਰ ਇਹੋ ਜਿਹੀ ਸਥਿਤੀ ਆਉਂਦੀ ਹੈ ਜਿਹਦੇ ਵਿੱਚ ਹਾਰਟ ਦੀ ਬਲੱਡ ਸਪਲਾਈ ਕੱਟ ਆਫ ਹੋ ਜਾਵੇ, ਉਹਨੂੰ ਅਸੀਂ ਡਾਕਟਰੀ ਉਹਦੇ ਲੈਂਗੁਏਜ ਦੇ ਵਿੱਚ ਹਾਰਟ ਅਟੈਕ ਕਹਿੰਦੇ ਹਾਂ। ਅਤੇ ਹਾਰਟ ਅਟੈਕ ਇੱਕ ਐਸੀ ਬਿਮਾਰੀ ਹੈ ਜਿਹੜੀ ਕਿ ਜਾਨਲੇਵਾ ਸਿੱਧ ਹੋ ਸਕਦੀ ਹੈ ਜੇ ਪ੍ਰੋਪਰ ਤਰੀਕੇ ਨਾਲ ਇਲਾਜ ਨਾ ਕੀਤਾ ਜਾਵੇ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂਗਾ ਕਿ ਹਾਰਟ ਅਟੈਕ ਹੋ ਜਾਵੇ ਤਾਂ ਕੀ ਕਰਨਾ ਹੈ। ਸਭ ਤੋਂ ਪਹਿਲਾਂ ਹਰ ਮਰੀਜ਼ ਨੂੰ ਆਪਣੇ ਕੋਲ ਇੱਕ ਡਿਸਪਰਿਨ ਦੀ ਗੋਲੀ ਆਉਂਦੀ ਹੈ, ਇੱਕ ਕਲੋਪੀਡੋਗਰਲ ਦੀ ਗੋਲੀ ਆਉਂਦੀ ਹੈ, ਇੱਕ ਐਟੋਰਵਾਸਟੈਟਿਨ ਦੀ ਗੋਲੀ ਆਉਂਦੀ ਹੈ। ਇਹ ਤਿੰਨੋਂ ਗੋਲੀਆਂ ਦੀ ਕਿੱਟ ਬਣਾ ਲੈਣੀ ਚਾਹੀਦੀ ਹੈ, ਜਿਹੜੀ ਕਿ ਬੰਦੇ ਨੂੰ, ਇਨਸਾਨ ਨੂੰ ਆਪਣੀ ਪਰਸ ਦੇ ਵਿੱਚ, ਆਪਣੇ ਘਰ ਦੇ ਵਿੱਚ ਅਤੇ ਆਪਣੇ ਆਫਿਸ ਦੇ ਵਿੱਚ ਰੱਖਣੀ ਚਾਹੀਦੀ ਹੈ। ਜਦੋਂ ਕਦੀ ਵੀ ਹਾਰਟ ਅਟੈਕ ਦੇ ਲੱਛਣ ਜਿਵੇਂ ਕਿ ਪਸੀਨਾ ਆਉਣਾ, ਛਾਤੀ ਦਰਦ ਹੋਣਾ, ਸਾਹ ਇੱਕਦਮ ਉਖੜ ਜਾਣਾ, ਇਸ ਤਰ੍ਹਾਂ ਦੇ ਲੱਛਣ ਆਉਂਦੇ ਹਨ, ਤਾਂ ਸਭ ਤੋਂ ਪਹਿਲਾਂ ਇਹ ਕਿੱਟ ਦਾ ਸੇਵਨ ਕੀਤਾ ਜਾ ਸਕਦਾ ਹੈ। ਅਗਰ ਅਸੀਂ ਇਸ ਕਿੱਟ ਦਾ ਸੇਵਨ ਤੁਰੰਤ ਕਰ ਦਿੰਦੇ ਹਾਂ ਤਾਂ ਬਹੁਤ ਸਾਰੀਆਂ ਜਾਨਾਂ ਬਚਾਈਆਂ ਜਾ ਸਕਦੀਆਂ। ਦੂਜੇ ਸੋਸ਼ਲ ਲੈਵਲ ਦੇ ਪੱਧਰ 'ਤੇ ਮੇਰਾ ਇਹ ਮੰਨਣਾ ਹੈ ਕਿ ਹਾਰਟ ਅਟੈਕ ਦੇ ਸਮੇਂ ਜਦੋਂ ਹਾਰਟ ਕਾਰਡਿਕ ਅਰੈਸਟ ਹੋ ਜਾਂਦਾ ਹੈ, ਉਹ ਜਾਨਲੇਵਾ ਹੈ, ਉਹਦੇ ਵਿੱਚ ਜਾਨ ਬਚਣ ਦੇ ਚਾਂਸ ਬਹੁਤ ਘੱਟ ਜਾਂਦੇ ਹਨ, ਕਿਉਂਕਿ ਮਰੀਜ਼ ਹਸਪੀਟਲ ਤੱਕ ਵੀ ਨਹੀਂ ਪਹੁੰਚ ਪਾਉਂਦਾ। ਉਸ ਸਥਿਤੀ ਦੇ ਵਿੱਚ ਸਾਨੂੰ ਐਜ਼ ਏ ਫਿਜ਼ੀਸ਼ੀਅਨ, ਐਜ਼ ਏ ਕਾਰਡੀਓਲੋਜਿਸਟ, ਮੈਂ ਆਪਣੇ ਭਰਾ ਕਾਰਡੀਓਲੋਜਿਸਟ ਅਤੇ ਭਰਾ ਫਿਜ਼ੀਸ਼ੀਅਨਸ ਨੂੰ ਵੀ ਇਹ ਰਿਕਮੈਂਡ ਕਰਾਂਗਾ, ਨਿਯੋਤਾ ਦੇਵਾਂਗਾ ਕਿ ਉਹ ਸੁਸਾਇਟੀ ਨੂੰ, ਜਿੱਦਾਂ ਆਮ ਸੁਸਾਇਟੀ ਦੇ ਵਿੱਚ ਕੁਝ ਲੋਕ ਆਇਡੈਂਟੀਫਾਈ ਕੀਤੇ ਜਾ ਸਕਦੇ ਹੈ, ਜਿਵੇਂ ਸਕੂਲ ਗੋਇੰਗ ਚਿਲਡਰਨ ਨੂੰ ਅਸੀਂ ਆਇਡੈਂਟੀਫਾਈ ਕਰ ਸਕਦੇ ਹਾਂ, ਜਾਂ ਪੇਸ਼ੈਂਟਸ ਦੇ ਰਿਲੇਟਿਵਸ ਜਿਹੜੇ ਹਾਈ ਰਿਸਕ ਪੇਸ਼ੈਂਟਸ ਹੈ, ਜਿਵੇਂ ਜਿਹਨਾਂ ਮਰੀਜ਼ਾਂ ਨੂੰ ਸ਼ੂਗਰ ਹੈ, ਡਾਇਬਟੀਜ਼ ਹੈ,
या फिर पहला हार्ट की प्रॉब्लम हो चुकी है, या जिन्हां स्टेंट पै चुका है, जिन्हां CABG हो चुकी है, रिवास्कुलेशन हो चुकी है, या जिन्हां मरीज़ों के हार्ट की पंपिंग घट है, सारे ऑलरेडी सानू पता है ये हाई रिस्क पेशेंट हैं जिन्हां विच कार्डियक अरेस्ट होने के चांस बहुत होंदे हैं। उन्हां मरीज़ों के रिलेटिव्स नूं असीं बुलाइए, उन्होंने एक एजुकेशन दी जा सकती है। उन्होंने एजुकेशन ना केवल उन्होंने दवाइयां समझाइया जानियां हैं किस तरह अपने रिलेटिव का तुसीं ध्यान रखना है, और जो मौका पैण ते जो कार्डियक अरेस्ट हो जाता है तो उन्होंने किस तरह कार्डियक मसाज करनी है, जिवें चैस्ट कंप्रैशनस करते हैं, मूँह दे राहीं मूँह दा साह दिंदे हाँ, तो वो जिहड़ी है प्रॉपर टैक्नीक जिहड़ियां स्टडीज़ आईयां हैगियां जिहदे विच विदेश दे विच लोकां ने जिहड़े डॉक्टर्स ने और फिजिशियंस ने कार्डियोलॉजिस्ट ने इस तरह के हाई रिस्क ग्रुप को आइडेंटिफाई किया है, उन्होंने ट्रेनिंग दी है। वो ट्रेनिंग तो बाद ये देखा गया है कि कार्डियक अरेस्ट के जोड़े मरीज़ जोड़े कि 100% मर जाया करते सी, घरे ही मर जाया करते सी, उन्हां विच्चों असी 40-50% जोड़े है मरीज़ वो बचा सकते हैं। वो जोड़ा है घर दे विच ही जोड़े मरीज़ के रिलेटिव्स हैं उन्होंने सिखाया जा सकता है किवें कार्डियक अरेस्ट को मैनेज करना है। उन्होंने लैक्चरस दिते जाते हैं, उन्होंने स्पैशल टीचिंग सैशनस किए जाते हैं, तो ये देखा गया है ट्रेनिंग तो बाद बहुत फर्क पैंदा है और बहुत जाना जिहड़ियां है बचाइयां जा सकदियां। दूसरी गल मैं ये कहांगा कि हार्ट अटैक वेले एक तो मैं तुहानूं ये दस्सिया है कि किस तरह असी अपनी दवाइयां की किट बना के रखनी है, किस तरह असी उहदे नाल संभाल के रखनी है। दूजी गल ये है कि डॉक्टर कोल ये नाड़ी जिन्नी जल्दी तो जल्दी खुल जाए, ये एक एमरजेंसी है, ये नाड़ी जिन्नी जल्दी तो जल्दी खुल जाए उन्ना ही चंगा है, उन्नी ही असी जाना ज़्यादा बचा सकते हैं, उन्ना ही हार्ट नूं नुकसान घट होंदा है। ये काम दो तरीके नाल कीते जाते हैं, या तो टीका देते हैं एमरजेंसी दे विच फिजिशियंस दे विच जिहड़े है टीका दे के नाड़ी खोल देंदे हैं टैंपरेरी, उस तो बाद एंजियोप्लास्टी की जा सकती है, या सीधे तुसी एक इस तरह के हस्पताल जा सकते हो जिथे एंजियोप्लास्टी की सुविधा अवेलेबल है, बिना टाइम वेस्ट किए ते अपना प्रॉपर इलाज करा के एंजियोप्लास्टी जिन्हों कि प्राइमरी एंजियोप्लास्टी कहा जाता है, मतलब कि हार्ट अटैक दौरान जी एंजियोप्लास्टी की जाती है, वो एक जान नूं बचाने का साधन बन सकता है। ये देखा गया है कि जदों ये इलाज नहीं होया करते सी, CCU भी नहीं होया करते सी, कोरोनरी केयर यूनिट जिहड़े हुंदे है जिहड़े कि अज इस तरह के क्रिटिकल मरीज़ों की हैल्प करते हैं, जदों ये नहीं होया करते सी 50% लोगों की घर ही मौत हो जाया करती सी, हॉस्पिटल ज़्यादा कुछ हुंदा नहीं सी, ते मरीज़ों की 50% तक मौत होंदी सी। हुण जिहड़े है विद मॉडर्न ट्रीटमेंट टीके तो बाद या CCU का मॉडर्न ट्रीटमेंट के नाल 10 तो 15% मौत होनी शुरू हुई। उस तो बाद जदों प्राइमरी एंजियोप्लास्टी सामने आई, उस तो बाद जिहड़ी है मौत की दर होर घटी। अज दे मॉडर्न ट्रीटमेंट के नाल अगर असी टाइमली ट्रीटमेंट लैंदे हाँ तो मोर्टैलिटी रेट सिर्फ 1 तो 2% है इस समय, मतलब 1 तो 1.5% के करीब मोर्टैलिटी रेट इस टाइम हार्ट अटैक का बनिया जाता है। इस करके बहुत ज़्यादा इंपॉर्टेंट है इसनूं देखना, इनू पहले आइडेंटिफाई करना, फिर एक शक रखना कि इस तरह की बीमारी सानू हो सकती है, खास करके जो साड़ी उम्र 40 साल तो उत्ते हो जाती है उस समय, और जिन्होंने जोड़े हाई रिस्क पेशेंट हैं जिमें शुगर के पेशेंट हैं, ब्लड प्रेशर जिन्होंने ज़्यादा है, मोटे बहुत ज़्यादा हैं, फिजिकल एक्टिविटी नहीं करते, स्मोकिंग करते हैं, या बहुत ज़्यादा अल्कोहल का प्रयोग करते हैं, खास करके ड्रग्स लेंदे हैं जिमें कि मेराजुआना या कोकेन ड्रग्स हैं जिहड़ियां हार्ट अटैक प्रेसिपिटेट कर सकदियां हैं। तो ये गल्लां सानू साडे दिमाग दे विच होणियां चाहीदियां हन, ते सानू जिहड़ियां हैं जिद्दां मैं तुहानूं समझाया फस्ट एड और ये सारियां चीज़ां नाल फुली एक डॉक्टर ही नहीं एक पेशेंट के मरीज़ों के रिलेटिव्स नूं भी जिहड़ा है पूरा कॉशियस रहना चाहिए है। अगर कॉशियस रहने हाँ असी बहुत सारियां जानां बचा सकते हैं। देखो जिद्दां आपां डॉक्टर साहब नाल बने हुए हैं, डॉक्टर साहब ने जिद्दां दस्सिया पहली चीज़ तो किट कि किट साडे कोल होनी चाहिए, 3 जिहड़ी मैडिसिनस हुंदियां ने। दूसरी चीज़ दस्सिया प्रिकॉशनरी मेजर कि उहदे नाल तुसीं पंपिंग किद्दां कर सकदे हो हार्ट नूं, या मूँह दे नाल मूँह जोड़ के वो भी तुसीं प्रोसीजर जिहड़े हैगे आ ऑनलाइन जिहड़ा देख सकते हो, अजकल गूगल ते सब कुछ अवेलेबल हैगा। और तीसरी चीज़ जिहड़ी मेन चीज़ डॉक्टर साहब ने कही स्टंटिंग, कि ड्यूरिंग हार्ट अटैक अगर तुसीं किसी डॉक्टर कोले पहुँच जाते हो और स्टंटिंग करा लेंदे हो, दसा स्टंटिंग की चीज़ है और की वर्क करती हैगी हार्ट अटैक दे विच? देखो जिवें मैं तुहानूं दस्सिया कि हार्ट अटैक एक बीमारी है
ਜਿਹੜੀਆਂ ਨਾੜੀਆਂ ਨੂੰ ਇਫੈਕਟ ਕਰਦੀ ਹੈ, ਔਰ ਨਾੜੀ ਜਦੋਂ ਬੰਦ ਹੋ ਜਾਂਦੀ ਹੈ, ਕ੍ਰਿਟੀਕਲੀ ਬੰਦ ਹੋ ਜਾਂਦੀ ਹੈ, ਉਸ ਟਾਈਮ ਇਹ ਜਿਹੜਾ ਹਾਰਟ ਅਟੈਕ ਪ੍ਰੋਡਿਊਸ ਹੁੰਦਾ ਹੈ। ਇਸ ਨਾੜੀ ਨੂੰ ਜਲਦੀ ਤੋਂ ਜਲਦੀ ਖੋਲ੍ਹਣਾ ਹੀ ਇਹਦਾ ਇਲਾਜ ਹੈ। ਅਤੇ ਇਸ ਲਈ ਜਾਂ ਉਹਨੂੰ ਟੀਕੇ ਰਾਹੀਂ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਲੌਟ ਡਿਜ਼ੋਲਵ ਕਰਕੇ, ਜਾਂ ਪੇਸ਼ੈਂਟ ਨੂੰ ਦੀ ਐਂਜੀਓਗ੍ਰਾਫੀ ਕੀਤੀ ਜਾਂਦੀ ਹੈ, ਉਹਦੇ 'ਚ ਬਲੋਕੇਜ ਨੂੰ ਦੇਖਿਆ ਜਾਂਦਾ ਹੈ, ਬਲੋਕੇਜ ਨੂੰ ਵਾਇਰ ਦੇ ਨਾਲ ਕ੍ਰੋਸ ਕਰਕੇ ਉਸ ਤੋਂ ਬਾਅਦ ਉਹਦੇ 'ਚ ਬਲੂਨਿੰਗ ਕਰਕੇ ਉਹਦੇ ਵਿੱਚ ਸਾਫ ਸਫਾਈ ਕਰ ਦਿੱਤੀ ਜਾਂਦੀ ਹੈ, ਫਿਰ ਉਹਦੇ ਵਿੱਚ ਸਟੈਂਟ ਪਾਇਆ ਜਾਂਦਾ ਹੈ। ਇਹਦੇ ਨਾਲ ਜਿਹੜੀ ਹੈ ਬਲੱਡ ਸਪਲਾਈ ਜਿਹੜੀ ਹੈ ਰਿਸਟੋਰ ਹੋ ਜਾਂਦੀ ਹੈ। ਅਤੇ ਜਿਹੜਾ ਹਾਰਟ ਦਾ ਪੋਰਸ਼ਨ ਕੁਛ ਹੱਦ ਤੱਕ ਜੇ ਅਗਰ 100% ਡੈਡ ਹੁੰਦਾ ਹੈ ਤਾਂ ਉਹ ਘੱਟੋ ਘੱਟ ਅਸੀਂ 50%, 60%, 70% ਅਰਲੀ ਸਟੇਜਿਸ ਦੇ ਵਿੱਚ ਕੰਪਲੀਟਲੀ ਵੀ ਬਚਾਇਆ ਜਾ ਸਕਦਾ। ਬਿਲਕੁਲ ਕੰਪਲੀਟ ਅਗਰ ਅਸੀਂ 1 ਘੰਟੇ ਗੋਲਡਨ ਆਵਰ ਕਿਹਾ ਜਾਂਦਾ ਹੈ ਇਹਨੂੰ, ਅਗਰ ਅਸੀਂ 1 ਘੰਟੇ ਦੇ ਵਿੱਚ ਇਲਾਜ ਕਰਾ ਲੈਂਦੇ ਹਾਂ ਤਾਂ 1 ਘੰਟੇ ਦੇ ਵਿੱਚ ਹਾਰਟ ਦਾ ਡੈਮੇਜ ਵੀ ਨਹੀਂ ਹੁੰਦਾ, ਬਿਲਕੁਲ 0% ਡੈਮੇਜ ਹੁੰਦਾ ਹੈ। ਅਤੇ ਇਸ ਕਰਕੇ ਟਾਈਮ ਜਿਹੜਾ ਹੈ, ਟਾਈਮ ਇਲਾਜ ਤੋਂ ਕਦੋਂ ਤੱਕ ਅਸੀਂ ਇਲਾਜ ਕਰਾਉਂਦੇ ਹਾਂ ਉਹ ਬਹੁਤ ਇੰਪੋਰਟੈਂਟ ਹੈ। ਇਸ ਲਈ ਜਲਦੀ ਤੋਂ ਜਲਦੀ, ਤੁਰੰਤ ਤੋਂ ਤੁਰੰਤ ਔਰ ਜਲਦੀ ਤੋਂ ਜਲਦੀ ਇਲਾਜ ਕਰਾਉਣਾ ਜ਼ਰੂਰੀ ਹੁੰਦਾ ਹੈ। ਬਹੁਤ ਸਾਰੇ ਮਰੀਜ਼ ਮੈਂ ਦੇਖਦਾ ਹਾਂ ਜਿਹੜੇ ਕਿ ਮੈਂ ਕਨਵਿੰਸ ਨਹੀਂ ਕਰ ਪਾਉਂਦਾ ਕਿ ਵੀ ਤੁਹਾਨੂੰ ਹਾਰਟ ਅਟੈਕ ਹੋਇਆ ਹੈ, ਇਹਦਾ ਇਲਾਜ ਜਲਦੀ ਕਰਾਉਣਾ ਚਾਹੀਦਾ ਹੈ। ਇਹ ਗੱਲ ਬਹੁਤ ਚੰਗੀ ਹੈ ਕਿ ਤੁਸੀਂ 2 ਸੈਕਿੰਡ ਓਪੀਨੀਅਨ ਲੈਣ ਨੂੰ ਕਈ ਲੋਕ ਜਿਹੜੇ ਹੁੰਦੇ ਆ ਉਤਸਕ ਹੁੰਦੇ ਹਨ, ਪਰ ਕਈ ਵਾਰੀ ਇਸ ਤਰ੍ਹਾਂ ਦੀ ਸਥਿਤੀ ਹੁੰਦੀ ਹੈ ਜਿਹਦੇ ਵਿੱਚ ਸੈਕਿੰਡ ਓਪੀਨੀਅਨ ਲੈਂਦੇ ਅਸੀਂ ਦੇਰ ਕਰਦੇ ਹਾਂ, ਅਤੇ ਉਸ ਦੇਰ ਕਰਨ ਦੇ ਨਾਲ ਜਿਹੜਾ ਹੈ ਨੁਕਸਾਨ ਹੋ ਸਕਦਾ ਹੈ। ਮੇਰਾ ਕਹਿਣ ਦਾ ਮਤਲਬ ਇਹ ਨਹੀਂ ਕਿ ਸੈਕਿੰਡ ਓਪੀਨੀਅਨ ਨਹੀਂ ਲੈਣਾ ਚਾਹੀਦਾ, ਪਰ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਤੁਹਾਨੂੰ ਇਸ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਜੇ ਕੋਈ ਹਾਰਟ ਅਟੈਕ ਹੈ ਤਾਂ ਜੇ ਅਸੀਂ ਸਮੇਂ ਵੇਸਟ ਕਰ ਰਹੇ ਹਾਂ, ਚਾਹੇ 10-15 ਮਿੰਟ ਵੀ ਵੇਸਟ ਕਰ ਰਹੇ ਹਾਂ ਜਾਂ ਅੱਧਾ ਘੰਟਾ ਵੀ ਵੇਸਟ ਕਰ ਰਹੇ ਹਾਂ, ਉਹ ਮਰੀਜ਼ ਦੀ ਜਿਹੜੀ ਵੈਲਬੀਂਗ ਹੈ ਉਹਦੇ ਉੱਤੇ ਇਫੈਕਟ ਕਰ ਸਕਦਾ ਹੈ। ਡਾਕਟਰ ਸਾਹਿਬ, ਜਿੱਦਾਂ ਤੁਸੀਂ ਦੱਸਿਆ ਕਿ ਹਾਈ ਰਿਸਕ ਪੇਸ਼ੈਂਟਸ ਜਿਹੜੇ ਹੁੰਦੇ ਆ, ਹੁਣ ਅਸੀਂ ਕੀ ਸੋਚੀਏ ਜਿਨ੍ਹਾਂ ਲੋਕਾਂ ਦਾ BP ਪਹਿਲਾਂ ਹਾਈ ਰਹਿੰਦਾ, ਜਿਨ੍ਹਾਂ ਲੋਕਾਂ ਨੂੰ ਸ਼ੂਗਰ ਹੈ, ਮਤਲਬ ਉਹ ਲੋਕਾਂ ਨੂੰ ਆਪਾਂ ਸੋਚੀਏ ਕਿ ਉਹ ਲੋਕ ਇਸ ਚੀਜ਼ ਦੇ ਵਿੱਚ, ਜਿੱਦਾਂ ਤੁਸੀਂ ਕਿਹਾ ਕਿ ਘਰਦਿਆਂ ਨੂੰ ਵੀ ਗਾਈਡਰ ਬਣਨਾ ਪਊਗਾ, ਘਰਦਿਆਂ ਨੂੰ ਵੀ ਇਹਦੀ ਨੌਲੇਜ ਲੈਣੀ ਪਊਗੀ, ਮਤਲਬ ਉਹ ਮਰੀਜ਼ ਜ਼ਿਆਦਾ ਮਤਲਬ ਇਸ ਚੀਜ਼ ਦੇ ਲਈ ਉਹਨਾਂ ਦੇ ਜਿਹੜੇ ਹੈਗੇ ਆ ਨੀਅਰ ਡੀਅਰਸ ਬੇਟੇ ਹੈ ਜਾਂ ਮੈਰਿਡ ਆ ਤਾਂ ਉਹਨਾਂ ਦੀ ਵਾਈਫ ਹੈਗੀ ਆ, ਜਾਂ ਅਨਮੈਰਿਡ ਆ ਤਾਂ ਉਹਨਾਂ ਦੇ ਮਾਂ ਪਿਓ ਆ, ਮਤਲਬ ਉਹਨਾਂ ਨੂੰ ਇਸ ਚੀਜ਼ਾਂ ਦਾ ਜ਼ਿਆਦਾ ਧਿਆਨ ਰੱਖਣਾ ਚਾਹੀਦਾ। ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ, ਨਾ ਤਾਂ ਕੇਵਲ ਧਿਆਨ ਰੱਖਣਾ ਪੈਂਦਾ ਹੈ, ਬਲਕਿ ਇੱਕ ਤਾਂ ਮਰੀਜ਼ ਨੂੰ ਆਪਣੀ ਡੇ ਟੂ ਡੇ ਐਕਟੀਵਿਟੀਜ਼, ਡੇਲੀ ਸੈਰ ਕਰਨਾ, ਡਾਇਟ ਕਿਸ ਤਰ੍ਹਾਂ ਦੀ ਲੈਣੀ ਹੈ, ਲੋ ਫੈਟ ਡਾਇਟ ਲੈਣੀ ਹੈ, ਘੱਟ ਸ਼ੂਗਰ ਲੈਣੀ ਹੈ, ਇਸ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਫੈਮਿਲੀ ਮੈਂਬਰਸ ਨੂੰ ਪਤਾ ਹੋਣਗੀਆਂ ਤਾਂ ਹੀ ਮਰੀਜ਼ ਤੱਕ ਉਹ ਪਹੁੰਚਣਗੀਆਂ। ਮਰੀਜ਼ ਨੂੰ ਆਪਣੀ ਡੇ ਟੂ ਡੇ ਐਕਟੀਵਿਟੀਜ਼, ਡੇਲੀ ਸੈਰ ਕਰਨਾ, ਡਾਇਟ ਕਿਸ ਤਰ੍ਹਾਂ ਦੀ ਲੈਣੀ ਹੈ, ਲੋ ਫੈਟ ਡਾਇਟ ਲੈਣੀ ਹੈ, ਘੱਟ ਸ਼ੂਗਰ ਲੈਣੀ ਹੈ, ਇਸ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਫੈਮਿਲੀ ਮੈਂਬਰਸ ਨੂੰ ਪਤਾ ਹੋਣਗੀਆਂ ਤਾਂ ਹੀ ਮਰੀਜ਼ ਤੱਕ ਉਹ ਪਹੁੰਚਣਗੀਆਂ। ਦੂਸਰੀ ਗੱਲ, ਜਿਵੇਂ ਮੈਂ ਤੁਹਾਨੂੰ ਦੱਸਿਆ, ਕਾਰਡਿਕ ਅਰੈਸਟ ਦੇ ਮਾਮਲੇ ਦੇ ਵਿੱਚ ਮਰੀਜ਼ ਨੂੰ ਦੇ ਰਿਲੇਟਿਵਸ ਨੂੰ ਅਗਰ ਅਸੀਂ ਟ੍ਰੇਨਿੰਗ ਦਿੰਦੇ ਹਾਂ, ਸਾਇੰਟੀਫਿਕ ਟ੍ਰੇਨਿੰਗ ਦਿੰਦੇ ਹਾਂ, ਨਾਟ ਕਿ ਬਈ ਗੂਗਲ ਤੋਂ ਦੇਖ ਕੇ ਤੁਸੀਂ ਟ੍ਰੇਨਿੰਗ ਲੈ ਲਈ, ਇੱਦਾਂ ਨਹੀਂ, ਉਹ ਪੂਰੀ ਸਾਇੰਟੀਫਿਕ ਟ੍ਰੇਨਿੰਗ ਹੁੰਦੀ ਹੈ। ਉਹਦੇ ਵਿੱਚ ਪੂਰੇ ਕਲਾਸਿਸ ਲੱਗਦੀਆਂ ਹਨ, ਪੂਰੀ ਤੁਹਾਡੀ ਜਿਹੜੀ ਹੈ ਸਿੱਖਣ ਦੀ ਸ਼ਮਤਾ ਨੂੰ ਮਾਪਿਆ ਜਾਂਦਾ ਹੈ, ਫਿਰ ਦੱਸਿਆ ਜਾਂਦਾ ਹੈ, ਇੱਕ ਸਰਟੀਫਿਕੇਟ ਦਿੱਤਾ ਜਾਂਦਾ ਹੈ ਕਿ ਬਈ ਇਹ ਤੁਸੀਂ ਹੁਣ ਇਹ ਕੰਮ ਕਰਨ ਨੂੰ ਤਿਆਰ ਹੋ। ਤਾਂ ਉਹ ਮਤਲਬ ਇਹ ਨਹੀਂ ਕਿ ਗੂਗਲ ਤੋਂ ਦੇਖ ਕੇ ਅਸੀਂ ਟਰਾਈ ਮਾਰਨ ਲੱਗ ਪਏ, ਇਸ ਤਰ੍ਹਾਂ ਦਾ ਨਹੀਂ ਮੈਂ ਕਹਿੰਦਾ ਹਾਂ। ਮੈਂ ਇਸ ਤਰ੍ਹਾਂ ਕਹਿੰਦਾ ਹਾਂ ਕਿ ਵੀ ਉਹ ਪੂਰੀ ਸਾਇੰਟੀਫਿਕ ਟ੍ਰੇਨਿੰਗ ਦੀ ਤਰ੍ਹਾਂ ਦੇ ਨਾਲ ਇੱਕ ਸਾਨੂੰ ਉਹਨਾਂ ਨੂੰ ਪੇਸ਼ੈਂਟਸ ਦੇ ਹਾਈ ਰਿਸਕ ਪੇਸ਼ੈਂਟਸ ਦੇ ਰਿਲੇਟਿਵ ਨੂੰ ਸਾਨੂੰ ਸਿਖਾਉਣਾ ਪੈਂਦਾ ਹੈ। ਸਰ, ਇਹ ਜਿਹੜੀ ਟ੍ਰੇਨਿੰਗ ਹੈਗੀ ਆ, ਫਿਰ ਇਹ ਕਾਰਡੀਓਲੋਜਿਸਟ ਹੀ ਕੋਈ ਮਤਲਬ ਟ੍ਰੇਨਡ ਜਿਹੜਾ ਹੈਗਾ ਉਹ ਤੋਂ ਹੀ ਉਹ ਬੰਦਾ ਮਤਲਬ ਲੈ ਸਕਦੇ ਸਲਾਹ? ਬਿਲਕੁਲ ਠੀਕ ਕਿਹਾ। ਇਹ ਕੰਸੈਪਟ ਫੋਰਨ ਕੰਟਰੀਜ਼ ਦੇ ਵਿੱਚ ਜ਼ਿਆਦਾ ਹੈ, ਹਾਲੇ ਇੰਡੀਆ 'ਚ ਨਹੀਂ ਆਇਆ, ਪਰ ਮੈਂ ਆਪਣੇ ਫਿਜ਼ੀਸ਼ੀਅਨ ਦੋਸਤਾਂ ਨੂੰ, ਆਪਣੇ ਡਾਕਟਰ ਦੋਸਤਾਂ ਨੂੰ, ਆਪਣੇ ਕਾਰਡੀਓਲੋਜਿਸਟ ਦੋਸਤਾਂ ਨੂੰ ਮੈਂ ਇਹ ਕਹਿੰਦਾ ਹਾਂ ਕਿ ਇਸ ਤਰ੍ਹਾਂ ਦੀਆਂ ਟੀਮਸ ਅਗਰ ਅਸੀਂ ਸਾਰੇ ਮਿਲ ਕੇ ਬਣਾਈਏ, ਜਿਹਦੇ ਵਿੱਚ ਅਸੀਂ ਪੇਸ਼ੈਂਟਸ ਦੇ ਰਿਲੇਟਿਵਸ ਨੂੰ ਐਜੂਕੇਟ ਕਰ ਸਕੀਏ ਸਾਇੰਟੀਫਿਕਲੀ, ਇਸ ਤਰ੍ਹਾਂ ਨਹੀਂ ਗੱਲਾਂ ਕਰਨ ਨਾਲ ਨਹੀਂ, ਸਾਇੰਟੀਫਿਕਲੀ, ਫਿਰ ਉਹਨੂੰ ਦੇਖੀਏ ਕਿ ਉਹ ਜਿਹੜੀ ਅਸੀਂ ਸਾਇੰਸ ਉਹਨਾਂ ਨੂੰ ਦਿੱਤੀ ਹੈ ਉਹ ਉਹਦੇ ਵਿੱਚ ਖਰੇ ਉਤਰ ਰਹੇ ਹਨ ਨਹੀਂ ਜਾਂ ਨਹੀਂ ਉਤਰ ਰਹੇ। ਮਤਲਬ ਇੱਕ ਪੱਕੇ ਤੌਰ 'ਤੇ ਸਾਇੰਟੀਫਿਕ ਨੌਲੇਜ ਪ੍ਰਦਾਨ ਕੀਤੀ ਜਾਵੇ ਰਿਲੇਟਿਵਸ ਨੂੰ, ਤਾਂ ਦਿਸ ਹੈਬਿਟ ਵਿਲ ਗੋ ਲੌਂਗ ਵੇ ਟੂ ਸੇਵ ਲਾਈਫਸ ਇਨ ਆਵਰ ਕਮਿਊਨਿਟੀ। ਡਾਕਟਰ ਸਾਹਿਬ, ਹਾਰਟ ਅਟੈਕ ਜਿਹੜਾ ਹੈ ਉਹਦਾ ਜਿਹੜਾ ਮੇਨ ਰੀਜ਼ਨ ਹੈਗਾ ਉਹ ਤੁਸੀਂ ਦੱਸਿਆ ਕਿ BP ਦਾ ਵੱਧ ਜਾਣਾ, ਤੇ ਹੋਰ ਕੀ ਰੀਜ਼ਨਸ ਨੇ ਜਿਹਦੇ ਨਾਲ ਹਾਰਟ ਅਟੈਕ ਜਿਹੜਾ ਹੈਗਾ ਆ ਸਕਦਾ ਬੰਦੇ ਨੂੰ? ਜਾਂ ਮੋਟੇ ਤੌਰ 'ਤੇ ਮੈਂ ਤੁਹਾਨੂੰ ਦੱਸਿਆ ਜਿਹੜੀਆਂ ਹਾਰਟ ਅਟੈਕ ਦੀਆਂ ਪ੍ਰੋਬਲਮਸ ਹੈ, ਜਿਵੇਂ ਇਹ ਵੱਧਦੀ ਉਮਰ ਹੋ ਗਈ,
ਜਾਂ ਮੇਲ ਸੈਕਸ ਦੇ ਵਿੱਚ ਹਾਰਟ ਅਟੈਕਸ ਜ਼ਿਆਦਾ ਹੁੰਦੇ ਹਨ, ਜਾਂ ਫਿਰ ਜਿਸ ਤਰ੍ਹਾਂ ਫਿਜ਼ੀਕਲ ਬਿਮਾਰੀਆਂ ਜਿਵੇਂ ਡਾਇਬਟੀਜ਼ ਮਲਾਈਟਸ, ਬਲੱਡ ਪ੍ਰੈਸ਼ਰ ਦੀ ਬਿਮਾਰੀ ਅਤੇ ਮੋਟਾਪਾ ਹੋਣਾ, ਬੋਡੀ ਮਾਸ ਇੰਡੈਕਸ ਜਦੋਂ ਸਾਡਾ ਵੱਧ ਜਾਂਦਾ ਹੈ ਅਸੀਂ ਜ਼ਿਆਦਾ ਪ੍ਰੋਨ ਹੁੰਦੇ ਹਾਂ ਹਾਰਟ ਅਟੈਕ ਨੂੰ। ਇਸੇ ਤਰ੍ਹਾਂ ਲੈਕ ਆਫ ਐਕਸਰਸਾਈਜ਼, ਜੇ ਅਸੀਂ ਡੇਲੀ ਐਕਸਰਸਾਈਜ਼ ਨਹੀਂ ਕਰਦੇ, ਦਿਨ ਪਾਣ ਦੇ ਵਿੱਚ ਸਾਰਾ ਕੰਮ ਮਸ਼ੀਨਾਂ ਨਾਲ ਕਰਦੇ ਹਾਂ, ਸਾਰਾ ਦਿਨ ਬੈਠੇ ਰਹਿੰਦੇ ਹਾਂ ਜਾਂ ਸੁੱਤੇ ਰਹਿੰਦੇ ਹਾਂ, ਤਾਂ ਉਹਦੇ ਕਾਰਨ ਨਾਲ ਵੀ ਫਿਰ ਮੈਂ ਤੁਹਾਨੂੰ ਦੱਸਿਆ ਜਿਵੇਂ ਸਮੋਕਿੰਗ ਹੋ ਗਈ ਜਾਂ ਡਰੱਗਸ ਹੋ ਗਈਆਂ, ਮੈਰੀਜੁਆਨਾ, ਕੋਕੇਨ ਜਾਂ ਇਸ ਤਰ੍ਹਾਂ ਦੀਆਂ ਡਰੱਗਸ ਜਿਹੜੀਆਂ ਹੈ ਉਹ ਵੇਜ਼ੋਸਪਾਜ਼ਮ ਵੀ ਕਰਦੀਆਂ ਹਨ, ਹਾਰਟ ਅਟੈਕ ਵੀ ਕਰਦੀਆਂ ਹਨ। ਅਤੇ ਇਹ ਸਾਰੀਆਂ ਗੱਲਾਂ ਦਾ ਧਿਆਨ ਇਹਨਾਂ ਸਭ ਚੀਜ਼ਾਂ ਤੋਂ ਅਵੋਇਡ ਕਰਨਾ ਹੈ। ਡਾਇਬਟੀਜ਼ ਟਰੀਟਮੈਂਟ, ਹਾਈਪਰਟੈਂਸ਼ਨ ਦਾ ਟਰੀਟਮੈਂਟ ਪ੍ਰੋਪਰ ਕਰਨਾ ਚਾਹੀਦਾ ਹੈ। ਓਬੈਸਿਟੀ ਤੋਂ ਬਚਣਾ ਚਾਹੀਦਾ ਹੈ। ਡਾਇਟ ਉਸ ਤਰ੍ਹਾਂ ਦੀ ਆਪਣੀ ਰੱਖੋ ਜਿਹਦੇ ਨਾਲ ਓਬੈਸਿਟੀ ਨਾ ਆਏ। ਐਕਸਰਸਾਈਜ਼ ਇੱਕ ਬਹੁਤ ਇੰਪੋਰਟੈਂਟ ਟੂਲ ਹੈ ਜਿਹਦੇ ਨਾਲ ਅਸੀਂ ਨਾ ਕੇਵਲ ਹਾਰਟ ਦੀਆਂ ਬਿਮਾਰੀਆਂ, ਪਰ ਮੈਨੂੰ ਦੱਸੋ ਕਿਹੜੀ ਬਿਮਾਰੀ, ਇੱਕ ਨਾਮ ਲਓ ਬਿਮਾਰੀ ਜਿਹੜੀ ਐਕਸਰਸਾਈਜ਼ ਠੀਕ ਨਾ ਕਰਦੀ ਹੋਵੇ। ਅਤੇ ਐਕਸਰਸਾਈਜ਼ ਤਾਂ ਇੱਕ ਪੈਨੇਸ਼ੀਆ ਹੈ, ਉਹਦੇ ਨਾਲ ਤਾਂ ਸਭ ਕੁਝ ਠੀਕ ਹੁੰਦਾ ਹੈ। ਅਤੇ ਇਹ ਸਾਰੀਆਂ ਚੀਜ਼ਾਂ ਹੈ ਮੋਟੇ ਤੌਰ 'ਤੇ। ਅਤੇ ਇਹੀ ਮੋਟੇ ਤੌਰ ਫਿਰ ਇਹਨਾਂ ਫਿਜ਼ੀਕਲ ਏਲਮੈਂਟਸ ਤੋਂ ਇਲਾਵਾ ਮੈਂਟਲ ਹੈਲਥ ਵੀ ਬਹੁਤ ਇੰਪੋਰਟੈਂਟ ਹੈ। ਇਹ ਦੇਖਿਆ ਗਿਆ ਹੈ, ਕੁਝ ਸਟੱਡੀਜ਼ ਦੇ ਵਿੱਚ ਫੋਰਨਰਸ ਨੇ ਕੀਤੀਆਂ ਹਨ ਕਿ ਜੋ ਲੋਕ ਦੂਸਰਿਆਂ ਵਾਸਤੇ ਚੰਗਾ ਵਿਚਾਰ ਰੱਖਦੇ ਹਨ, ਚੰਗੀ ਸੋਚ ਰੱਖਦੇ ਹਨ, ਉਹਨਾਂ ਦੇ ਹਾਰਟ ਅਟੈਕ ਘੱਟ ਹੁੰਦੇ ਹਨ, ਉਹਨਾਂ ਦੀ ਹਾਰਟ ਜਿਹੜਾ ਹੈ ਹੈਲਦੀ ਰਹਿੰਦਾ ਹੈ। ਇਸ ਕਰਕੇ ਆਪਣੇ ਜਿਹੜੇ ਦਿਮਾਗ ਨੂੰ ਹਮੇਸ਼ਾ ਪੋਜ਼ੀਟਿਵ ਰੱਖੋ। ਪੋਜ਼ੀਟਿਵ ਵਿਚਾਰ ਹਮੇਸ਼ਾ ਤੁਹਾਡੀ ਹੈਲਥ ਵਾਸਤੇ ਚੰਗੇ ਹੁੰਦੇ ਹਨ। ਪੋਜ਼ੀਟਿਵ ਵਿਚਾਰ ਰੱਖੋ। ਲੋਕਾਂ ਦੀ, ਆਪਣੇ ਭਾਈ ਭੈਣ, ਆਸ-ਪਾਸ ਦੇ ਰਿਸ਼ਤੇਦਾਰ ਅਤੇ ਆਪਣੇ ਜਿਹੜੇ ਸਮਾਜ ਦੇ ਵਿੱਚ ਲੋਕ ਹਨ, ਉਹਨਾਂ ਦੀ ਜਿੰਨੀ ਤੁਸੀਂ ਆਪਣੇ ਲੈਵਲ 'ਤੇ ਮਦਦ ਕਰ ਸਕਦੇ ਹੋ ਤਾਂ ਉਹਦੇ ਨਾਲ ਤੁਹਾਨੂੰ ਖੁਸ਼ੀ ਮਿਲਦੀ ਹੈ। ਉਹ ਖੁਸ਼ੀ ਤੁਹਾਡੇ ਅੰਦਰ ਜਿਹੜੀ ਹੈ ਇਸ ਤਰ੍ਹਾਂ ਦੀ ਪ੍ਰਕਿਰਿਆ ਕਰਦੀ ਹੈ ਜਿਹਦੇ ਨਾਲ ਤੁਹਾਡੀ ਇਮਿਊਨਿਟੀ ਵੱਧਦੀ ਹੈ ਔਰ ਹਾਰਟ ਦੀਆਂ ਪ੍ਰੋਬਲਮਸ ਅੱਗੇ ਫਿਊਚਰ 'ਚ ਘੱਟ ਆਉਂਦੀਆਂ। ਡਾਕਟਰ ਸਾਹਿਬ, ਜਿੱਦਾਂ ਤੁਸੀਂ ਹਾਰਟ ਅਟੈਕ ਦੇ ਕਹਿੰਦੇ ਹੋ ਕਿ ਹਰ ਮਰੀਜ਼ ਨੂੰ ਸਟੰਟ ਦੀ ਲੋੜ ਨਹੀਂ ਪੈਂਦੀ, ਇਸ ਸਲੋਗਨ 'ਤੇ ਕੀ ਕਹਿਣਾ ਚਾਹੋਗੇ? ਹਾਰਟ ਦੇ ਮਰੀਜ਼ ਦੇ ਵਿੱਚ ਸਟੰਟ ਦੀ ਜ਼ਰੂਰਤ ਨਹੀਂ ਹੁੰਦੀ, ਇਹ ਬਿਲਕੁਲ ਠੀਕ ਮਿੱਥਿਆ ਹੈ। ਔਰ ਮੈਂ ਇਹ ਕਹਿਣਾ ਚਾਹਾਂਗਾ ਕਿ ਦੋ ਪ੍ਰਕਾਰ ਦੀਆਂ, ਅਸੀਂ ਹਾਰਟ ਦੀ ਬਿਮਾਰੀ ਨੂੰ ਦੋ ਪ੍ਰਕਾਰ ਨਾਲ ਡਿਵਾਈਡ ਕਰ ਸਕਦੇ ਹਾਂ। ਇੱਕ ਹੁੰਦਾ ਹੈ ਕ੍ਰੋਨਿਕ ਕੋਰੋਨਰੀ ਸਿੰਡਰੋਮ, ਔਰ ਇੱਕ ਹੁੰਦਾ ਹੈ ਐਕਿਊਟ ਕੋਰੋਨਰੀ ਸਿੰਡਰੋਮ। ਜਿਹੜਾ ਐਕਿਊਟ ਕੋਰੋਨਰੀ ਸਿੰਡਰੋਮ ਹੁੰਦਾ ਹੈ ਉਹਦੇ ਵਿੱਚ ਹਾਰਟ ਅਟੈਕ ਦੇ ਮਰੀਜ਼ ਆਉਂਦੇ ਹਨ ਜਾਂ ਹਾਰਟ ਅਟੈਕ ਵਰਗੇ ਮਰੀਜ਼ ਆਉਂਦੇ ਹਨ ਜਿਨ੍ਹਾਂ 'ਚ ਹਾਰਟ ਅਟੈਕ ਇੰਪੈਂਡਿੰਗ ਹੁੰਦਾ ਹੈ, ਮਤਲਬ ਹੋਇਆ ਨਹੀਂ ਹੁੰਦਾ ਲੇਕਿਨ ਇੰਪੈਂਡਿੰਗ ਹੁੰਦਾ, ਕਦੀ ਵੀ ਹੋ ਸਕਦਾ ਹੈ। ਉਹ ਰਿਸਕ ਹੁੰਦੇ ਆ, ਐਟ ਰਿਸਕ ਹੁੰਦੇ ਆ। ਉਹਨਾਂ ਨੂੰ, ਇਹਨਾਂ ਸਾਰੇ ਮਰੀਜ਼ਾਂ ਨੂੰ ਅਸੀਂ ਇੱਕ ਸ਼੍ਰੇਣੀ 'ਚ ਬੱਝਿਆ ਹੋਇਆ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਐਕਿਊਟ ਕੋਰੋਨਰੀ ਸਿੰਡਰੋਮ। ਅਤੇ ਜਦੋਂ ਇਹਨਾਂ ਮਰੀਜ਼ਾਂ ਨੂੰ ਐਕਿਊਟ ਕੋਰੋਨਰੀ ਸਿੰਡਰੋਮ ਹੁੰਦਾ ਹੈ, ਜਿਹੜੇ ਬਹੁਤ ਸਾਰੇ ਪੇਸ਼ੈਂਟ ਹੁੰਦੇ ਹਨ ਜਿਹਨਾਂ ਨੂੰ ਐਕਿਊਟ ਕੋਰੋਨਰੀ ਸਿੰਡਰੋਮ ਹੁੰਦਾ ਹੈ, ਉਹਨਾਂ ਵਿੱਚ ਦੇਖਿਆ ਗਿਆ ਹੈ ਕਿ ਇਨਵੇਜ਼ਿਵ ਟਰੀਟਮੈਂਟ ਨਾਲ ਕਈ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਅਸੀਂ ਇਨਵੇਜ਼ਿਵ ਟਰੀਟਮੈਂਟ ਤੋਂ ਅਸੀਂ ਇੱਕ ਸਬ ਸਿਲੈਕਟ ਕੀਤਾ ਹੋਇਆ ਏਰੀਆ ਆਪਣੇ ਹਾਰਟ ਦੇ ਡਿਜ਼ੀਜ਼ ਦੇ ਵਿੱਚ, ਜਿਹਦੇ ਵਿੱਚ ਇਹ ਦੇਖਿਆ ਗਿਆ ਹੈ ਕਿ ਐਂਜੀਓਗ੍ਰਾਫੀ ਅਤੇ ਉਸ ਤੋਂ ਬਾਅਦ ਜੇ ਬਲੋਕੇਜ ਹੋਵੇ ਉਹਦੇ ਵਿੱਚ ਸਟੈਂਟਿੰਗ ਕਰਨਾ ਇੱਕ ਜਾਨ ਨੂੰ ਬਚਾਉਣ ਦਾ ਸਾਧਨ ਬਣ ਸਕਦਾ ਹੈ। ਠੀਕ ਹੈ। ਦੂਸਰੀ ਤਰਫ ਅਸੀਂ ਦੂਸਰੇ ਤਰ੍ਹਾਂ ਦੇ ਮਰੀਜ਼ ਲੈਂਦੇ ਹਾਂ ਜਿਹੜੇ ਕਿ ਰਿਲੇਟਿਵਲੀ ਸਟੇਬਲ ਹੁੰਦੇ ਹਨ, ਜਿਨ੍ਹਾਂ ਨੂੰ ਕ੍ਰੋਨਿਕ ਕੋਰੋਨਰੀ ਸਿੰਡਰੋਮ ਕਿਹਾ ਜਾਂਦਾ ਹੈ। ਉਹਦੇ ਵਿੱਚ ਮਰੀਜ਼ ਹਾਲਾਂਕਿ ਸਟੇਬਲ ਹੁੰਦਾ ਹੈ, ਮੇਬੀ ਉਹਨੂੰ ਪੇਨ ਹੋ ਰਹੀ ਹੋਵੇ, ਐਂਜਾਈਨਾ ਹੋਵੇ, ਐਗਜ਼ਰਸ਼ਨਲ ਸਿੰਪਟਮਸ ਹੋਣ, ਲੇਕਿਨ ਅੰਦਰੂਨੀ ਤੌਰ 'ਤੇ ਇਸ ਤਰ੍ਹਾਂ ਦੇ ਮਰੀਜ਼ ਸਟੇਬਲ ਮੰਨੇ ਜਾਂਦੇ ਹਨ। ਅਤੇ ਲੇਕਿਨ ਹਰ ਤਰ੍ਹਾਂ ਦੇ ਕ੍ਰੋਨਿਕ ਸਿੰਡਰਮ ਵਾਲੇ ਮਰੀਜ਼ ਵੀ ਸਟੇਬਲ ਨਹੀਂ ਹੁੰਦੇ। ਅੱਛਾ, ਕਿਉਂਕਿ ਬਹੁਤ ਸਾਰੇ ਐਸੇ ਮਰੀਜ਼ ਹੁੰਦੇ ਹਨ ਜਿੱਦਾਂ ਸਮੇਂ ਬੀਤੀ ਜਾਂਦਾ ਹੈ ਇਹ ਐਕਿਊਟ ਕੋਰੋਨਰੀ ਸਿੰਡਰਮ ਦੇ ਵਿੱਚ ਸ਼ਿਫਟ ਹੋ ਜਾਂਦੇ ਹਨ। ਮਤਲਬ ਅੱਜ ਮੈਨੂੰ ਜੇ ਕਿਸੇ ਮਰੀਜ਼ ਨੂੰ ਕ੍ਰੋਨਿਕ ਕੋਰੋਨਰੀ ਸਿੰਡਰਮ ਹੈ, ਉਹ ਕਿਸੇ ਕਾਰਨ ਕਰਕੇ ਐਕਿਊਟ ਕੋਰੋਨਰੀ ਸਿੰਡਰਮ ਦੇ ਵਿੱਚ ਕਨਵਰਟ ਹੋ ਸਕਦਾ ਹੈ। ਅਤੇ ਅਸੀਂ ਇਸ ਕਰਕੇ ਜਿਹੜੇ ਕ੍ਰੋਨਿਕ ਸਿੰਡਰਮ ਮਰੀਜ਼ ਹੁੰਦੇ ਆ ਉਹਨਾਂ ਨੂੰ ਵੀ ਲਾਈਟਲੀ ਨਹੀਂ ਲੈ ਸਕਦੇ। ਹੋ ਸਕਦਾ ਹੈ ਅਸੀਂ ਇਹਨਾਂ ਵਿੱਚ ਸਟੈਂਟਿੰਗ ਹਰ ਕਿਸੇ ਨੂੰ ਐਡਵਾਈਜ਼ ਨਾ ਕਰੀਏ, ਪਰ ਇਹੋ ਜਿਹੇ ਮਰੀਜ਼ ਵੀ ਜਿਹੜੇ ਹੈ ਕਲੋਜ਼ਲੀ ਓਬਜ਼ਰਵ ਕੀਤੇ ਜਾਣੇ ਚਾਹੀਦੇ ਹਨ, ਕਲੋਜ਼ਲੀ ਮੈਡੀਕਲ ਥੈਰੇਪੀ ਦੇ ਵਿੱਚ ਓਬਜ਼ਰਵ ਕੀਤੇ ਜਾਣੇ ਚਾਹੀਦੇ ਹਨ। ਔਰ ਜਦੋਂ ਉਹ ਆਪਣਾ ਕੈਟੇਗਰੀ ਚੇਂਜ ਕਰਦੇ ਹੈ, ਕ੍ਰੋਨਿਕ ਸਟੇਜ ਤੋਂ ਐਕਿਊਟ ਸਟੇਜ ਦੇ ਵਿੱਚ ਜਾਂਦੇ ਹੈ, ਉਸ ਸਮੇਂ ਐਂਜੀਓਗ੍ਰਾਫੀ ਦੀ ਜ਼ਰੂਰਤ ਕਿਸੇ ਨੂੰ ਵੀ ਪੈ ਸਕਦੀ ਹੈ। ਜੇ ਮੈਂ ਅੱਜ ਕਿਸੇ ਮਰੀਜ਼ ਨੂੰ ਕਿਹਾ ਹੈ ਕਿ ਤੈਨੂੰ ਕ੍ਰੋਨਿਕ ਸਿੰਡਰਮ ਹੈ, ਤੈਨੂੰ ਐਂਜੀਓਗ੍ਰਾਫੀ ਜ਼ਰੂਰਤ ਨਹੀਂ ਹੈ, ਇਹ ਜ਼ਰੂਰੀ ਨਹੀਂ ਹੈ ਕਿ ਅੱਗੇ ਆਉਣ ਵਾਲੇ 5 ਜਾਂ 10 ਸਾਲਾਂ ਦੇ ਵਿੱਚ ਉਹਨੂੰ ਐਂਜੀਓਗ੍ਰਾਫੀ ਦੀ ਜ਼ਰੂਰਤ ਨਹੀਂ ਪਵੇਗੀ।
तो ये जो डिटरमिन करना कि एंजियोग्राफी की जरूरत है या नहीं है, यह असी पेशेंट को फॉलो अप करते हाँ। जिस तरह एक क्रॉनिक मरीज़ है उन्होंने असी फॉलो अप करते रहते हैं, उन्होंने जोड़ा है डिजीज़ किस तरह बिहेव कर रही है उन्होंने चंगी तरह असी ऑबजर्व करते रहते हैं। जो कतों भी सानू ज़्यादा खतरा लगता है असी इस तरह के मरीज़ की एंजियोग्राफी करते हैं। तो कई स्टेबल मरीज़ ऐसे होंगे हैं जोड़े बहुत लॉन्ग समय वास्ते स्टेबल भी रहते हैं। तुसी सोसाइटी भी डे टू डे देखा होना है कि जी उन्होंने तिन्ना नाड़ियों में ब्लॉक सीगा तो वो काफ़ी देर तक 15 साल तो उन्होंने कुछ फर्क नहीं पिया। तो वो इस तरह भी होंदा है, पर इस तरह के मरीज़ जिहड़े है ये नहीं सोच के बैठ जान कि सानू कुछ नहीं है। इस तरह के मरीज़ है जिहड़े कि एक्यूट कोरोनरी सिंड्रोम विच तब्दील होंदे हैं। इस करके क्रॉनिक जिहड़ा सिंड्रोम है उन्होंने लाइटली लैण की जरूरत नहीं है कि बई असी लाइटली लईए। उहदे वास्ते डॉक्टर की जिहड़ी सलाह ते डॉक्टर की फॉलो अप दे विच उन्हां मरीज़ां नूं भी रहना बहुत जरूरी है। डॉक्टर साहब डाइट ते अगर आप आ जाइए, जिद्दां आपां पंजाब दे विच रहिंदे आ, रिच डाइट आ साडी। सुबह असीं ब्रेकफास्ट जिहड़ी करदे आ थोड़ा हैवी हुंदा, परौंठे वगैरह हर बंदा लैंदा पंजाब दा। ते की कहना चाहोगे कि अगर असीं इस चीज़ां नाल ग्रस्त हैगे आ, बीपी साडा वध लग जांदा ਜਾਂ ਸ਼ੂਗਰ ਸਾਨੂੰ ਹੋ ਜਾਂਦੀ ਆ, ਤਾਂ ਸਾਨੂੰ ਥੋੜਾ ਬਹੁਤ ਮਤਲਬ ਇਸ ਚੀਜ਼ਾਂ ਦੇ ਵਿੱਚ ਵੀ ਸਾਨੂੰ ਆਪਣਾ ਕਨਵਰਟ ਕਰਨਾ ਪਊਗਾ ਔਰ ਬਚਣਾ ਪਊਗਾ ਥੋੜਾ ਜਿਹਾ। बिल्कुल ठीक है जी। ਜਿਹੜੀ हार्ट के मरीज़ों ਨੂੰ है हाइपरटेंशन के मरीज़ों ਨੂੰ ਜਾਂ डायबिटिक मरीज़ों ਨੂੰ ਅਸੀਂ डैश डाइट एक ਸਾਡੀ साइंटिफिक डाइट आई है वो ਅਸੀਂ रिकमेंड करते हैं। ਉਹਦੇ ਵਿੱਚ ਮੋਟੇ ਤੌਰ ਤੇ ਉਹਦੇ ਕੀ ਮਤਲਬ ਡੈਸ਼ ਡਾਇਟ ਕੀ ਹੈ, ਚੀਜ਼ ਕੀ ਹੈ, ਉਹਦੇ ਵਿੱਚ ਮੋਟੇ ਤੌਰ ਤੇ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿਹੜੀ ਹੈ ਫੈਟ ਦੀ ਮਾਤਰਾ ਸਾਡੇ ਸਰੀਰ 'ਚ 30% ਜਿੰਨਾ ਅਸੀਂ ਖਾਂਦੇ ਆ ਉਹਦਾ 30% ਤੋਂ ਜ਼ਿਆਦਾ ਨਹੀਂ ਜਾਣੀ ਚਾਹੀਦੀ। ਜਿਹੜੇ ਅਨਸੈਚੂਰੇਟਿਡ ਫੈਟਸ ਹੈ ਉਹਨਾਂ ਨੂੰ ਜਿਹੜੇ ਸੈਚੂਰੇਟਿਡ ਫੈਟਸ ਹੈ ਉਹਨਾਂ ਨੂੰ 10% ਤੋਂ ਜ਼ਿਆਦਾ ਨਹੀਂ ਲੈਣੇ ਚਾਹੀਦੇ, 7% ਤੋਂ 10% ਤੱਕ। ਠੀਕ ਹੈ, ਉਹਦੇ ਵਿੱਚ ਘਿਓ ਮੱਖਣ ਵਗੈਰਾ ਆਉਂਦਾ ਹੈ। मैं ये नहीं बिल्कुल बंद कहांगा कि बिल्कुल बंद कर दिता जाए, पर 7 तो 10% असी लै सकते हैं। इसी तरह अंडा है, अंडा पहले बिल्कुल मना करने लग गए सी, हुण जिहड़ा है जिहड़ी साइंस कहती है कि एक अद्धा अंडा अगर रोज़ाना भी लिया जाए वो भी नुकसान नहीं करता, पर एक्सैस दे विच अंडा भी बुरा है। इसी तरह सॉल्ट का है, पहले बड़ा आया सी कि डाइट सॉल्ट बहुत घट रिस्ट्रिक्शन रखनी चाहिए है। हुण जिहड़ियां स्टडीज़ लेटेस्ट आ रही हैं वो कहदियां कि अगर सॉल्ट भी ज़्यादा रिस्ट्रिक्ट कर दिंदे आ वो भी नुकसानदायक है। तो हर चीज़ दे विच जो मैनू समझ आ रही है, जिस तरह स्टडीज़ बाहर आ रही हैं, पहले अंडा मना किया फिर कहते जी अंडा ले लो, मीट मना किया फिर कहते थोड़ा थोड़ा मीट भी लै सकते हैं। इसी तरह नमक पहले बिल्कुल कहते सी रिस्ट्रिक्ट कर दो, हुण कहते जी थोड़ा थोड़ा नमक भी असी प्रयोग कर सकते हाँ। फैट पहला बिल्कुल पहले तो कहते भी देसी को देखना नहीं, हुण कहते जी 1 चम्मच लै लिया करो, थोड़ा थोड़ा सेवन कराया करो। तो मेरे मोटे तौर पर मैनू ये समझ आती है कि बैलेंस सब तो ज़्यादा इंपॉर्टेंट है। कुछ भी तुसी लै रहे हो माड़ा कुछ नहीं, क्योंकि ये सारी जी डाइट है साडी सानू न्यूट्रीएंट्स प्रदान करती है। अलग टाइप की डाइट सानू अलग टाइप के न्यूट्रीएंट्स प्रदान करती है। तो एक बैलेंस्ड डाइट बनाने की कोशिश करो जिहदे विच तुसी नमक भी खा रहे हो लेकिन एक्सैस नहीं कर रहे, जिहदे विच तुसी फैट भी लै रहे हो लेकिन एक्सैस नहीं कर रहे, जे तुसी अंडा भी खाना है खा रहे हो लेकिन ये नहीं कि भाई 5 अंडे रोज़ दे खा रहे हो। इसी तरह बीच विच चिकन खाने का जी करता है, फिश चंगी वैसे ही चंगी मनी गई है हार्ट वास्ते, विच चिकन खाने का मना करता है, तो वो मन करता है तो वो मना नहीं है, वो भी तुसी खा सकते हो। पर वही गल है, यू हैव टू कीप इट बैलेंस्ड। मेरी जो मैं समझदा जितने तक मेरी साइंटिफिक सोच समझदी है डाइट के बारे अज के जमाने की। की तुहाडा मैसेज होगा साडे दर्शकों नूं? मेरा यही मैसेज है कि ਜਿਹੜੀਆਂ बीमारियां हैं जिहड़ी कि असी अज तो हार्ट की बीमारी डिस्कस की है, तो जिहड़ी बीमारी है उन्होंने अपनी पॉजिटिव थिंकिंग रखो, पॉजिटिव कर्म करो। जिस तरह तुसी चंगी डाइट खाते हो, एक्सरसाइज करते हो, ये तुहाडे पॉजिटिव कर्म है। तो पॉजिटिव कर्म रखो ताकि ये बीमारियां तुहानूं होण ही ना। बीमारी हुंदी है उहदी जिहड़ी है मॉर्बिडिटी, मोर्टैलिटी, दुख, पैसे का खर्चा, कई प्रॉब्लम्स लैके आती है। डॉक्टर साहब तुहाडा बहुत बहुत धन्नवाद, सानूं समां दित्ता।